ਸਭ ਤੋਂ ਪਹਿਲਾਂ ਤਾਂ ਜੇ ਸਮਝਣਾ ਹੋਵੇ ਤਾਂ ਸਾਰੇ ਹੀ ਐਨੀਮਲਸ ਇੱਕ ਜਾਂ ਦੂਸਰੇ ਤਰੀਕੇ ਨਾਲ ਇੱਕ ਦੂਜੇ ਨਾਲ ਕਮਿਊਨੀਕੇਟ ਤਾਂ ਕਰਦੇ ਹੀ ਨੇ। ਪੌਜ਼ ਵੀ ਬਹੁਤ ਹੀ ਇੱਕ ਇੰਟਰਸਟਿੰਗ ਗੱਲ ਆ। ਜਿਹੜੇ ਵੈਸਟਰਨ ਕਲਚਰਸ ਆ ਨਾ ਮਿਸਟਰ ਥਿੰਦ, ਉੱਥੇ ਪੌਜ਼ਿਸ ਲੈਣ ਤੋਂ ਜਾਂ ਪੌਜ਼ਿਸ ਦੇਣ ਤੋਂ ਕਨਵਰਸੇਸ਼ਨਸ ਵਿੱਚ ਲੋਕੀ ਡਰਦੇ ਨੇ। ਹੁਣ ਤੁਸੀਂ ਆਪ ਜਿਹੜੇ ਸੁਣਨ ਵਾਲੇ ਆ ਉਹ ਟਰਾਈ ਕਰਨ, ਜੇ ਤੁਸੀਂ ਕਿਸੇ ਨੂੰ ਇਹ ਚੀਜ਼ ਕਹੋਗੇ ਨਾ ਮੈਨੂੰ ਪਤਾ ਤੂੰ ਕੀ ਕੀਤਾ, ਤੇ ਉਸ ਤੋਂ ਬਾਅਦ ਬਸ ਚੁੱਪ ਕਰ ਜਾਓ। ਇਹ 2 ਰੂਮ ਆ ਜਿਹੜੇ ਕਿ ਦੁਨੀਆ ਦੇ ਸਭ ਤੋਂ ਸਾਇਲੈਂਟ ਰੂਮ ਦਾ ਦਰਜਾ ਉਹਨਾਂ ਨੂੰ ਦਿੱਤਾ ਗਿਆ। ਇੱਕ ਆਈ ਬਿਲੀਵ ਵਾਸ਼ਿੰਗਟਨ ਦੇ ਵਿੱਚ ਮਾਈਕਰੋਸਾਫਟ ਹੈੱਡਕੁਆਰਟਰਸ 'ਤੇ ਆ, ਤੇ ਇੱਕ ਓਰਫੀਲਡ ਲੈਬੋਰੇਟਰੀਜ਼ ਮਿਨੇਸੋਟਾ ਦੇ ਵਿੱਚ ਕਮਰਾ ਆ। ਜਿਹੜਾ ਸਾਇਲੈਂਟ ਟਰੀਟਮੈਂਟ ਆ, ਕਿਸੇ ਨਾਲ ਕਨਵਰਸੇਸ਼ਨ ਨਾ ਕਰਨਾ, ਇਹਨੂੰ ਇੱਕ ਪਨਿਸ਼ਮੈਂਟ ਵੀ ਸਮਝਿਆ ਜਾਂਦਾ। ਹਾਂਜੀ, ਸੋ ਕਈ ਲੋਕ ਪਨਿਸ਼ਮੈਂਟ ਉਹ ਲੈਣ ਲਈ ਤਿਆਰ ਨਹੀਂ ਗੇ। ਹਾਂਜੀ, ਦੇ ਕੈਨ ਡੂ ਐਨੀਥਿੰਗ, ਪਰ ਉਹ ਕਹਿੰਦੇ ਹਾੜੇ ਮੈਨੂੰ ਗੱਲਾਂ ਕਰ ਮੇਰੇ ਨਾਲ, ਹਾਂਜੀ, ਚੁੱਪ ਨਾ ਰਹਿ ਭਾਵੇਂ ਮੈਨੂੰ ਬੁਰਾ ਭਲਾ ਹੀ ਕਹਿ। The Harjinder Thin Show। ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਇੱਕ ਅੱਜ ਬੜੀ ਦਿਲਚਸਪ ਗੱਲਬਾਤ ਹੋਣ ਵਾਲੀ ਹੈ। ਕਮਿਊਨੀਕੇਸ਼ਨ ਬਾਰੇ, ਗੱਲਬਾਤ ਕਰਨ ਵਾਲੇ ਲੋਕ ਗੱਲਾਂ ਕਿਵੇਂ ਕਰਦੇ ਨੇ। ਡਿਜ਼ਾਇਰ ਟੂ ਟਾਕ, ਗੱਲ ਸਿਰਫ ਇਸ ਇਕੱਲੀ ਗੱਲਬਾਤ ਦੀ ਨਹੀਂ, ਸਗੋਂ ਸੁਣਨਾ, ਅੰਡਰਸਟੈਂਡ ਕਰਨਾ ਅਤੇ ਇੰਟਰਪ੍ਰੈਟ ਕਰਨਾ। ਇਹ ਕਈ ਤਰੀਕਿਆਂ ਨਾਲ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ, ਬੋਲ ਕੇ, ਗੱਲਾਂ ਕਰਕੇ, ਲਿਖ ਕੇ। ਕਈ ਵਾਰੀ ਜੈਸਚਰਸ ਬੜੇ ਆ, ਕਈ ਅੱਖਾਂ ਨਾਲ ਹੀ ਗੱਲਾਂ ਕਰਦੇ ਰਹਿੰਦੇ ਆ, ਹੱਥਾਂ ਨਾਲ ਗੱਲਾਂ ਕਰਦੇ ਰਹਿੰਦੇ ਆ। ਉਹਨਾਂ ਦੇ ਹੱਥ ਬੰਨ੍ਹਦੇ ਹੋ, ਸ਼ਾਇਦ ਉਹ ਗੱਲ ਹੀ ਨਾ ਕਰ ਸਕਣ। ਸੋ ਕਈ ਪਬਲਿਕ ਸਪੀਕਰ ਹੁੰਦੇ ਆ, ਹੱਥ ਬਹੁਤ ਮਾਰਦੇ ਆ, ਔਰ ਉਹਨਾਂ ਦੇ ਟ੍ਰੇਨਰ ਕਈ ਵਾਰੀ ਉਹਨਾਂ ਦੇ ਜੇਬਾਂ 'ਚ ਹੱਥ ਪਵਾ ਦਿੰਦੇ, ਕਹਿੰਦੇ ਪੈਂਟ ਦੀ ਜੇਬ 'ਚ ਹੱਥ ਪਾ, ਹੁਣ ਬੋਲ। ਟ੍ਰੇਨਿੰਗ। ਸੋ ਕਮਿਊਨੀਕੇਸ਼ਨ ਕਿਵੇਂ ਹੁੰਦੀ ਹੈ, ਇਹ ਬੰਦੇ ਦੇ ਡਿਜ਼ਾਇਰ ਕਾਹਤੇ ਆ ਇੰਨੀ ਮਨ ਦੇ ਵਿੱਚ ਗੱਲਾਂ ਕਰਨ ਦੀ, ਕਿ ਔਰਤਾਂ ਵੱਧ ਕਮਿਊਨੀਕੇਟ ਕਰ ਸਕਦੀਆਂ, ਬੈਟਰ ਕਮਿਊਨੀਕੇਟਰ ਆ, ਉਹ ਗੱਲਾਂ ਬਹੁਤ ਕਰ ਸਕਦੀਆਂ। ਉਹ ਲਗਾਤਾਰ 4-4, 5-5 ਘੰਟੇ ਦੀ ਟਰੈਵਲ 'ਚ ਕੋਈ ਲੜਕੀ ਤੁਹਾਨੂੰ ਗੱਲਾਂ ਸੁਣਾ ਸਕਦੀ ਆ, ਔਰ ਰੀਅਲੀ ਤੁਸੀਂ ਐਨਾਲਾਈਜ਼ ਕਰਕੇ ਦੇਖੋ ਤਾਂ ਉਹ ਸ਼ਾਇਦ ਉਹ ਗੱਲਾਂ ਦੇ ਵਿੱਚੋਂ ਕੋਈ ਇਹੋ ਜਿਹੀ ਗੱਲ ਵੀ ਨਾ ਹੋਵੇ ਜਿਹੜੀ ਤੁਹਾਨੂੰ ਚੁਭੇ। ਸੋ ਕਮਿਊਨੀਕੇਟ ਕਰਨਾ ਇੱਕ ਕਲਾ ਹੈ, ਇੱਕ ਜੈਸਚਰ ਹੈ, ਡਿਜ਼ਾਇਰ ਹੈ ਮਨੁੱਖਾਂ ਦੀ, ਔਰ ਇਮੋਸ਼ਨਲ ਲੈਵਲ 'ਤੇ, ਫਿਜ਼ੀਕਲ ਲੈਵਲ 'ਤੇ ਵੀ ਕਮਿਊਨੀਕੇਟ ਕਰਨ ਤੋਂ ਬਾਅਦ ਹੀ ਤੁਹਾਡੇ ਰਿਲੇਸ਼ਨਸ਼ਿਪ ਜਿਹੜੇ ਆ ਉਹ ਡਿਵੈਲਪ ਹੁੰਦੇ ਆ। ਸੋ ਕਮਿਊਨੀਕੇਸ਼ਨ ਕਿਵੇਂ ਕਰਨੀ ਆ ਔਰ ਇਹਦਾ ਕਿੰਨਾ ਕੁ ਮਹੱਤਵ ਹੈ, ਅੱਜ ਸਾਡੇ ਨਾਲ ਗੱਲਬਾਤ ਕਰਨਗੇ ਨੈਨਾ ਗਰੇਵਾਲ ਜੀ। ਨੈਨਾ ਗਰੇਵਾਲ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਮਿਸਟਰ ਥਿੰਦ, ਤੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਜਿਹੜੀ ਗੱਲਾਂ ਕਰਨ ਦੀ ਮਨੁੱਖਾਂ ਦੇ ਵਿੱਚ ਆਪਸ ਵਿੱਚ ਹੀ ਡਿਜ਼ਾਇਰ ਆ, ਇਹ ਕੀ ਮੋਟੀਵੇਸ਼ਨ ਆ? ਕਿਉਂਕਿ ਬਾਕੀ ਦੀ ਜਿਹੜੀ ਵੀ ਸਪੀਸ਼ੀਜ਼ ਨੇ ਐਨੀਮਲਸ ਦੀਆਂ, ਅਸੀਂ ਹੋਮੋਸੇਪੀਅਨਸ ਗੱਲਬਾਤ ਕਰਦੇ ਹਾਂ, ਬਾਕੀ ਤਾਂ ਗੱਲਾਂ ਤਾਂ ਕਰ ਨਹੀਂ ਸਕਦੇ ਜੀ। ਮਾਰਦੇ ਆ ਇੱਕ ਦੂਜੇ ਨੂੰ, ਟੱਕਰਾਂ ਮਾਰਦੇ ਆ, ਭੱਜਦੇ ਆ, ਰਿੰਗਦੇ ਆ, ਪਰ ਅਸੀਂ ਜਿਹੜੀ ਸੂਖਮਤਾ ਨਾਲ ਆਪਣੇ ਜਜ਼ਬਿਆਂ ਨੂੰ ਐਕਸਪਲੇਨ ਕਰਨ ਦੀ ਸਮਰੱਥਾ ਰੱਖਦੇ ਹਾਂ, ਇਹਦੇ ਪਿੱਛੇ ਕੀ ਡਿਜ਼ਾਇਰ ਚੱਲਦੀ ਹੈ? ਜੀ ਮਿਸਟਰ ਥਿੰਦ, ਸੋ ਸਭ ਤੋਂ ਪਹਿਲਾਂ ਤਾਂ ਜੇ ਸਮਝਣਾ ਹੋਵੇ ਤਾਂ ਸਾਰੇ ਹੀ ਐਨੀਮਲਸ ਇੱਕ ਜਾਂ ਦੂਸਰੇ ਤਰੀਕੇ ਨਾਲ ਇੱਕ ਦੂਜੇ ਨਾਲ ਕਮਿਊਨੀਕੇਟ ਤਾਂ ਕਰਦੇ ਹੀ ਨੇ। ਪਰ ਜਿਹੜੇ ਹਿਊਮਨਸ ਆ, ਮਨੁੱਖ ਆ, ਉਹਨਾਂ ਕੋਲ ਇੱਕ ਸ਼ਮਤਾ ਹੈਗੀ ਆ ਕਿ ਉਹ ਸਿੰਬਲਸ ਨੂੰ ਕਿਸੇ ਤਰ੍ਹਾਂ ਦਾ ਮੀਨਿੰਗ ਅਟੈਚ ਕਰ ਸਕਦੇ ਆ। ਹੁਣ ਜੇ ਆਪਾਂ ਦੇਖੀਏ ਤਾਂ ਜਿਹੜੀ ਭਾਸ਼ਾ ਆ, ਲੈਂਗੁਏਜ ਆ, ਉਹ ਵੀ ਇੱਕ ਤਰ੍ਹਾਂ ਦਾ ਸਿੰਬਲ ਹੀ ਆ। ਹੁਣ ਜੇ ਮੈਂ ਕਿਤੇ ਵੀ ਲਿਖਿਆ ਹੋਵੇ ਕੈਟ, CAT, ਤਾਂ ਜੇ ਕਿਸੇ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਬਈ ਉਹ ਹੈ ਕੀ ਆ, ਉਹਦਾ ਕੋਈ ਮੀਨਿੰਗ ਨਹੀਂ ਰਹੂਗਾ। ਪਰ ਆਪਾਂ ਉਹਨੂੰ ਮੀਨਿੰਗ ਅਟੈਚ ਕੀਤਾ ਹੋਇਆ ਕਿ ਜਦੋਂ ਆਪਾਂ CAT ਪੜ੍ਹਦੇ ਹਾਂ ਤਾਂ ਆਪਣੇ ਦਿਮਾਗ ਦੇ ਵਿੱਚ ਇੱਕ ਫੋਟੋ ਬਣ ਜਾਂਦੀ ਆ ਕਿ 4 ਲੈਗਡ ਕ੍ਰੀਚਰ ਆ, ਬਿੱਲੀ ਆਪਣੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਜਦੋਂ ਆਪਾਂ ਕੈਟ ਪੜ੍ਹਦੇ ਹਾਂ। ਅਤੇ ਇੱਦਾਂ ਹੀ ਜਿਹੜੇ ਮਨੁੱਖ ਆ, ਉਹ ਨਾ ਸਿਰਫ 2 ਤਰ੍ਹਾਂ ਦੇ ਮੀਨਿੰਗ ਹੁੰਦੇ ਆ ਕਿਸੇ ਵੀ ਲਫ਼ਜ਼ ਦੇ। ਫੋਰ ਐਗਜ਼ਾਮਪਲ, ਜੇ ਤੁਸੀਂ ਲਫ਼ਜ਼ ਲੈ ਲਓ ਸਿੱਕ, SICK, ਬਿਮਾਰ, ਹੈ ਨਾ। ਜਦੋਂ ਆਪਾਂ ਉਹਨੂੰ ਪੜ੍ਹਦੇ ਹਾਂ, ਉਹਦਾ ਹੋ ਸਕਦਾ ਹੈ ਡੀਨੋਟੇਟਿਵ ਮੀਨਿੰਗ ਹੋਵੇ ਵੀ ਤੁਸੀਂ ਬਿਮਾਰ ਹੋ। ਪਰ ਆਪਾਂ ਇਹ ਵੀ ਸੁਣਦੇ ਹਾਂ ਕਿ ਜੇ ਕਿਸੇ ਨੂੰ ਕੰਪਲੀਮੈਂਟ ਦੇਣਾ ਹੋਵੇ, ਕੋਈ ਵਧੀਆ ਚੀਜ਼ ਬੋਲਣੀ ਹੋਵੇ, ਆਪਾਂ ਕਹਿੰਦੇ ਦੈਟਸ ਸੋ ਸਿਕ, ਆਪਾਂ ਇੱਦਾਂ ਵੀ ਕਹਿ ਦਿੰਦੇ ਹਾਂ। ਸੋ ਉਹਦਾ ਕੋਨੋਟੇਟਿਵ ਮੀਨਿੰਗ ਬਦਲ ਜਾਂਦਾ ਆ। ਸੋ ਇਸ ਲਈ ਹਰ ਇੱਕ ਚੀਜ਼ ਦਾ ਲਿਟਰਲ ਮੀਨਿੰਗ ਵੀ ਹੁੰਦਾ ਆ, ਉਹਦੇ ਉਹ ਵੀ ਮੀਨਿੰਗ ਹੁੰਦੇ ਆ ਜਿਹੜੇ ਆਪਾਂ ਅਟੈਚ ਕੀਤੇ ਹੁੰਦੇ ਆ। ਅਤੇ ਇਹ ਮੀਨਿੰਗ ਆਉਂਦੇ ਆ ਮਨੁੱਖ ਦੀ ਡਿਜ਼ਾਇਰ ਤੋਂ ਕਿ ਉਹ ਹਮੇਸ਼ਾ ਕਮਿਊਨੀਕੇਟ ਕਰਦਾ ਰਹੇ ਦੂਸਰੇ ਮਨੁੱਖਾਂ ਦੇ ਨਾਲ। ਕਿਉਂਕਿ ਜੇ ਆਪਾਂ ਐਵੋਲਿਊਸ਼ਨ ਵੱਲ ਵੀ ਦੇਖੀਏ, ਆਪਾਂ ਸਰਵਾਈਵ ਕਿਵੇਂ ਕਰ ਪਾਏ ਹਾਂ। ਕੋਈ ਵੀ ਜਿਹੜਾ ਮਨੁੱਖ ਆ ਉਹ ਇਕੱਲੇ ਰਹਿ ਕੇ ਇੰਨਾ ਸਰਵਾਈਵ ਨਹੀਂ ਕਰ ਪਾਇਆ। ਉਹ ਟਰਾਈਬ ਦੇ ਵਿੱਚ ਰਹਿ ਕੇ, ਦੂਜੇ ਮਨੁੱਖਾਂ ਦੇ ਨਾਲ ਰਹਿ ਕੇ ਹੀ ਇਨਵਾਇਰਮੈਂਟਲ, ਜੇ ਕੋਈ ਡਿਜ਼ਾਸਟਰ ਹੁੰਦੇ ਸੀ, ਜੇ ਕੋਈ ਹੜ੍ਹ ਆ ਗਿਆ, ਤੂਫਾਨ ਆ ਗਿਆ,
ਜ਼ਿਆਦਾ ਉਹਦੀ ਕੈਪੇਬਿਲਿਟੀ ਵੱਧ ਜਾਂਦੀ ਆ। ਤੇ ਹੋਰ ਇੱਕ ਬਹੁਤ ਵੱਡੀ ਜਿਹੜੀ ਚੀਜ਼ ਆ ਲੈਂਗੁਏਜ ਜਾਂ ਕਮਿਊਨੀਕੇਸ਼ਨ ਦੇ ਪਿੱਛੇ ਉਹ ਇਹ ਆ ਕਿ ਮਨੁੱਖ ਇੱਕ ਦੂਸਰੇ ਦੇ ਨਾਲ ਇਨਫੋਰਮੇਸ਼ਨ ਸ਼ੇਅਰਿੰਗ ਬਹੁਤ ਕਰਦੇ ਆ, ਇੱਕ ਦੂਜੇ ਨੂੰ ਜਾਣਕਾਰੀ ਦੇਣਾ। ਹੋ ਸਕਦਾ ਕਿ ਜਦੋਂ ਪਿਛਲੇ ਜ਼ਮਾਨੇ ਸੀਗੇ, ਹੰਟਿੰਗ ਐਂਡ ਗੈਦਰਿੰਗ ਹੁੰਦੀ ਸੀਗੀ, ਉਦੋਂ ਉਹ ਜਾਣਕਾਰੀ ਇਹ ਹੁੰਦੀ ਕਿ ਉਹ ਜੰਗਲ ਦੇ ਵਿੱਚ ਜ਼ਿਆਦਾ ਹਿਰਨ ਮਿਲਣਗੇ, ਉੱਥੇ ਜਾ ਕੇ ਸ਼ਿਕਾਰ ਕਰੋ। ਹੁਣ ਮੈਂ ਸਮਝਦਾ ਵੀ ਜੇ ਮਨੁੱਖ ਕਮਿਊਨੀਕੇਟ ਨਾ ਕਰਦੇ ਹੁੰਦੇ, ਪਹਿਲੀ ਜਨਰੇਸ਼ਨ ਦੂਜੀ ਨੂੰ ਦੱਸ ਕੇ ਨਾ ਜਾਂਦੀ ਕਿ ਦੇਖ ਇਸ ਤਰੀਕੇ ਨਾਲ ਪੱਥਰ 'ਚੋਂ ਅੱਗ ਕੱਢ ਲਈ ਦੀ ਆ, ਇਸ ਤਰੀਕੇ ਨਾਲ ਹਥਿਆਰ ਬਣ ਜਾਂਦਾ, ਹਿਰਨ ਇਸ ਤਰ੍ਹਾਂ ਭੱਜਦਾ ਹੁੰਦਾ, ਤੁਸੀਂ ਇਸ ਤਰ੍ਹਾਂ ਭੱਜ ਕੇ ਮੂਹਰੇ ਦੀ ਹੋ ਜੀਦਾ, ਹਾਂਜੀ, ਸ਼ਾਇਦ ਅਸੀਂ ਹਾਲੇ ਪੱਥਰ ਯੁੱਗ 'ਚ ਹੀ ਰਹਿੰਦੇ। ਬਿਲਕੁਲ ਰਾਈਟ। ਫਿਰ ਉਹ ਗਾਹਾਂ ਦੱਸਦੇ ਗਏ, ਕਮਿਊਨੀਕੇਸ਼ਨ ਹੁੰਦੀ ਚਲੀ ਗਈ, ਔਰ ਅਸੀਂ ਇੱਥੇ ਤੱਕ ਪਹੁੰਚ ਗਏ। ਸਾਡੀ ਤਰੱਕੀ ਦਾ ਵੀ ਇਹ ਕਮਿਊਨੀਕੇਸ਼ਨ ਇੱਕ ਬਹੁਤ ਵੱਡਾ ਕਾਰਨ ਆ। ਬਾਕੀ ਪੰਛੀ ਤੇ ਪਸ਼ੂ ਤਾਂ ਉੱਥੇ ਹੀ ਖੜੇ ਆ। ਹਾਂਜੀ, ਤੁਸੀਂ ਬਿਲਕੁਲ ਠੀਕ ਕਿਹਾ। ਜਿਹੜੇ ਪੁਰਾਣੇ ਕੇਵਸ ਵੀ ਆ, ਉਹਨਾਂ ਵਿੱਚ ਡਰਾਇੰਗਸ ਮਿਲਦੀਆਂ ਨੇ ਜਿਹੜੀਆਂ ਕਿ ਕਾਫੀ ਭਰਪੂਰ ਹੁੰਦੀਆਂ ਨੇ ਇਹਨਾਂ ਜਾਣਕਾਰੀਆਂ ਦੇ ਨਾਲ, ਵੀ ਕਿਵੇਂ ਹੰਟਿੰਗ ਕਰਨੀ ਹੈ, ਕਿਵੇਂ ਗੈਦਰਿੰਗ ਕਰਨੀ ਆ। ਪਰ ਇਸ ਤੋਂ ਇਲਾਵਾ ਜਿਹੜਾ ਓਰਲ ਟ੍ਰੈਡੀਸ਼ਨ ਆ, ਈਵਨ ਜਿਹੜੀਆਂ ਹੁਣ ਆਪਾਂ ਸਾਖੀਆਂ ਸੁਣਦੇ ਆਉਂਦੇ ਆ ਨਿੱਕੇ ਹੁੰਦਿਆਂ ਤੋਂ ਲੈ ਕੇ, ਉਹ ਸਾਰਾ ਓਰਲੀ ਹੀ ਤਾਂ ਪਾਸ ਔਨ ਹੋਇਆ, ਦਾਦਾ ਦਾਦੀਆਂ ਤੋਂ ਆਪਾਂ ਸੁਣਦੇ ਆਏ ਹਾਂ। ਅਤੇ ਕਿਤਾਬਾਂ ਜਿਹੜੀਆਂ ਨੇ, ਪਬਲਿਸ਼ਿੰਗ ਇੰਡਸਟਰੀ, ਉਹ ਤਾਂ ਬਹੁਤ ਬਾਅਦ ਸ਼ੁਰੂ ਹੋਈ ਆ। ਪਰ ਇੱਕ ਦੂਜੇ ਨਾਲ ਗੱਲ ਕਰਕੇ, ਬੋਲ ਚਾਲ ਦੇ ਜ਼ਰੀਏ ਹੀ ਅੱਗੇ ਚੀਜ਼ਾਂ ਵਧੀਆਂ ਨੇ। ਅੱਛਾ, ਗੱਲ ਸਿਰਫ ਬੋਲਣ ਤੱਕ ਸੀਮਤ ਨਹੀਂ ਗੀ ਮੇਰੇ ਖਿਆਲ 'ਚ ਜੀ, ਕਿਉਂਕਿ ਮਨੁੱਖਾਂ ਦੇ ਵਿੱਚ ਇੱਕ ਹੋਰ ਜਿਹੜੀ ਸ਼ਕਤੀ ਆ, ਹਾਂਜੀ, ਕਿ ਉਹ ਬਾਡੀ ਲੈਂਗੁਏਜ ਵੀ ਉਹ ਹੱਥ ਵੀ ਘੁਮਾ ਸਕਦੇ ਆ, ਅੱਖਾਂ ਘੁਮਾ ਸਕਦੇ ਆ, ਜੀ, ਚਿਹਰੇ ਦੇ ਐਕਸਪ੍ਰੈਸ਼ਨ ਇਹੋ ਜਿਹੇ ਬਣਾ ਸਕਦੇ ਆ। ਕਈ ਵਾਰੀ ਤੁਹਾਨੂੰ ਕੁਝ ਬਹੁਤਾ ਕਹਿਣਾ ਵੀ ਨਹੀਂ ਪੈਂਦਾ। ਹੁਣ ਜੇ ਕੋਈ ਬੁੱਲ ਕੱਢ ਦੇਵੇ ਜਾਂ ਕੋਈ ਸਮਾਈਲ ਕਰ ਦੇਵੇ ਜਾਂ ਇੱਕ ਅੱਖ ਬੰਦ ਕਰ ਦੇਵੇ, ਹਾਂਜੀ, ਹੁਣ ਇਹਦੇ ਲਈ ਤੁਹਾਨੂੰ ਕੁਝ ਵੀ ਨਹੀਂ ਕਰਨਾ ਪੈਂਦਾ ਜੀ, ਔਰ ਪਰ ਤੁਹਾਡਾ ਮੈਸੇਜ ਕਨਵੇ ਹੋ ਜਾਂਦਾ। ਜਾਨਵਰਾਂ ਵਿੱਚ ਇਹ ਸ਼ਕਤੀ ਨਹੀਂ, ਮਨੁੱਖਾਂ ਦੇ ਵਿੱਚ ਅਰਜ਼ ਕੀ ਆ ਕਿ ਗੱਲਾਂ ਕੀਤੀਆਂ ਜਾਣ। ਸੋ ਇਹ ਵੀ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਹੈਗੀ ਆ। ਮਨੁੱਖਾਂ ਵਿੱਚ ਇਹ ਅਰਜ ਤਾਂ ਹੈਗੀ ਆ, ਇਹ ਤਾਂ ਕੋਈ ਦੋ ਰਾਏ ਨਹੀਂ ਹੈਗੀ ਕਿ ਗੱਲਾਂ ਕੀਤੀਆਂ ਜਾਣ, ਕਿਉਂਕਿ ਉਹਨਾਂ ਨੂੰ ਇੱਦਾਂ ਸੇਫ ਮਹਿਸੂਸ ਹੁੰਦਾ ਆ। ਅਸੀਂ ਇੱਕ ਦੂਜੇ ਨਾਲ ਲਿੰਕ ਪੈਦਾ ਕਰ ਸਕਦੇ ਹਾਂ, ਕਿਉਂਕਿ ਜੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੇਰੀ ਜਿਹੜੀ ਸਭ ਤੋਂ ਕੌਨਸ਼ੀਅਸ ਬ੍ਰੇਨ ਆ, ਉਹ ਤਾਂ ਜਿਹੜੀ ਆਪਾਂ ਵੈਦਰ ਬਾਰੇ ਗੱਲ ਕਰ ਰਹੇ ਹਾਂ, ਆਪਾਂ ਨੌਕਰੀ ਬਾਰੇ ਗੱਲ ਕਰ ਰਹੇ ਹਾਂ, ਉਹ ਚੀਜ਼ ਰਜਿਸਟਰ ਹੋ ਰਹੀ ਆ। ਪਰ ਜਿਹੜੀ ਕੌਨਸ਼ੀਅਸ ਬ੍ਰੇਨ ਆ, ਉਹ ਚੱਲਦੀ ਆ ਉਹ ਕਾਫੀ ਘੱਟ ਬਿਟ ਰੇਟ 'ਤੇ ਚੱਲਦੀ ਆ ਵਰਸਿਸ ਦ ਅਨਕੌਨਸ਼ੀਅਸ ਬ੍ਰੇਨ ਤਾਂ ਬਹੁਤ ਹੀ ਤੇਜ਼ ਚੱਲਦੀ ਆ। ਅਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਦੂਸਰੇ ਇਨਸਾਨ ਦੇ ਨਾਲ, ਆਪਣੀ ਅਨਕੌਨਸ਼ੀਅਸ ਬ੍ਰੇਨ ਦੇ ਵਿੱਚ ਜੋ ਹੋ ਰਿਹਾ ਉਹ ਬਹੁਤ ਮੀਨਿੰਗਫੁਲ ਆ। ਜੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤਾਂ ਮੇਰੀ ਅਨਕੌਨਸ਼ੀਅਸ ਬ੍ਰੇਨ ਦੇ ਵਿੱਚ ਰਜਿਸਟਰ ਹੋ ਰਿਹਾ ਕਿ ਮਿਸਟਰ ਥਿੰਦ ਨਾਲ ਮੇਰੀ ਇੱਕ ਮੀਨਿੰਗਫੁਲ ਰਿਲੇਸ਼ਨਸ਼ਿਪ ਆ, ਅਸੀਂ ਇੱਥੇ ਇਕੱਠੇ ਕੰਮ ਕਰਦੇ ਹਾਂ, ਮੈਨੂੰ ਸੈਂਸ ਆਫ ਬਿਲੋਂਗਿੰਗਨੈਸ ਫੀਲ ਹੁੰਦੀ ਹੈ ਰੈਡ FM 'ਤੇ, ਅਸੀਂ ਵਧੀਆ ਇੰਟੈਲੈਕਚੁਅਲ ਕਨਵਰਸੇਸ਼ਨ ਕਰ ਸਕਦੇ ਹਾਂ, ਇਹਦਾ ਮਤਲਬ ਮੇਰਾ ਦਿਮਾਗ ਵੀ ਚੱਲਦਾ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਮੇਰੀਆਂ ਸੈਲਫ ਅਸਟੀਮ ਨੂੰ ਬਿਲਡ ਕਰ ਰਹੀਆਂ ਨੇ ਇਹ ਚੀਜ਼ਾਂ, ਅਤੇ ਮੇਰੀ ਸੈਂਸ ਆਫ ਬਿਲੋਂਗਿੰਗਨੈਸ ਕਿ ਮੈਂ ਕਿਸੇ ਗਰੁੱਪ ਨੂੰ ਬਿਲੋਂਗ ਕਰਦੀ ਹਾਂ, ਜਾਂ ਕੋਈ ਵੀ ਇਨਸਾਨ ਮੇਰੇ ਨਾਲ ਗੱਲ ਕਰਨਾ ਚਾਹ ਰਿਹਾ ਵੀ ਮੈਂ ਇੰਨੀ ਕੇਪੇਬਲ ਹੈਗੀ ਹਾਂ ਕਿ ਮੈਂ ਵਧੀਆ ਰਿਲੇਸ਼ਨਸ਼ਿਪਸ ਇਸਟੈਬਲਿਸ਼ ਕਰ ਸਕਦੀ ਹਾਂ ਆਪਣੀ ਵਰਕ ਪਲੇਸ 'ਤੇ, ਇਹ ਚੀਜ਼ਾਂ ਰਜਿਸਟਰ ਹੋ ਰਹੀਆਂ। ਸੋ ਇਸ ਲਈ ਆਪਾਂ ਨੂੰ ਗੱਲ ਕਰਨਾ ਵਧੀਆ ਲੱਗਦਾ। ਅੱਛਾ, ਕਈ ਨੋਨ ਵਰਬਲ ਜਿਹੜੀਆਂ ਕਨਵਰਸੇਸ਼ਨਸ ਨੇ, ਇੱਕ ਤਾਂ ਬੋਲ ਕੇ ਆਪਾਂ ਗੱਲਾਂ ਕਰਦੇ ਹਾਂ, ਹਾਂਜੀ, ਜਿਹੜੀਆਂ ਨੋਨ ਵਰਬਲ ਕਨਵਰਸੇਸ਼ਨਸ ਨੇ ਉਹਨਾਂ ਬਾਰੇ ਸਾਨੂੰ ਦੱਸੋ। ਹਾਂਜੀ, ਉਹ ਕਿਵੇਂ ਜਨਰੇਟ ਹੁੰਦੀਆਂ? ਬਿਲਕੁਲ। ਸੋ ਨੋਨ ਵਰਬਲ ਕਨਵਰਸੇਸ਼ਨਸ ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਵੈਸੇ ਵੀ ਕਾਫੀ ਦੇਖਣ ਨੂੰ ਮਿਲਦੀਆਂ ਨੇ, ਕਿਉਂਕਿ ਹਮੇਸ਼ਾ ਆਪਣੇ ਤੋਂ ਰੂਬਰੂ ਨਹੀਂ ਗੱਲ ਹੋ ਸਕਦੀ ਹੈਗੀ। ਪਰ ਨੋਨ ਵਰਬਲ ਕਮਿਊਨੀਕੇਸ਼ਨ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਹੈਗੀ ਆ ਬਾਡੀ ਲੈਂਗੁਏਜ। ਜਿਵੇਂ ਤੁਸੀਂ ਕਹਿੰਦੇ ਸੀ, ਉਹਦੇ 5 ਰੀਜ਼ਨ ਹੁੰਦੇ ਆ। ਇੱਕ ਤਾਂ ਕਿਸੇ ਗੱਲ ਨੂੰ ਰਿਪੀਟ ਕਰਨਾ, ਜੋ ਵੀ ਤੁਸੀਂ ਕਹਿ ਰਹੇ ਹੋ ਉਹਨੂੰ ਆਪਣੇ ਹੱਥਾਂ ਦੇ ਜ਼ਰੀਏ ਤੁਸੀਂ ਕਹਿ ਰਹੇ ਹੋ, ਉੱਚੀ ਬੋਲੋ ਤਾਂ ਤੁਸੀਂ ਆਪਣਾ ਹੱਥ ਉੱਪਰ ਨੂੰ ਕਰੋਗੇ, ਰਿਪੀਟ ਕਰ ਰਹੇ ਹੋ ਜੋ ਤੁਸੀਂ ਚੀਜ਼ ਬੋਲ ਰਹੇ ਹੋ। ਇੱਕ ਹੁੰਦਾ ਆ ਕੌਂਟਰਡਿਕਸ਼ਨ, ਇਹ ਵੀ ਬਹੁਤ ਇੰਟਰਸਟਿੰਗ ਚੀਜ਼ ਆ। ਹੁਣ ਜੇ ਤੁਸੀਂ ਕਿਸੇ ਨੂੰ ਪਬਲਿਕ ਸਪੀਕਿੰਗ ਕਰਨ ਲਾ ਦਿਓ, ਉਹ ਗੱਲ ਕਰ ਰਿਹਾ ਆ ਬੜੇ ਜੋਸ਼ ਵਾਲੀ, ਹੈ ਨਾ, ਮਤਲਬ ਪੜ੍ਹ ਰਿਹਾ, ਪਰ ਉਹ ਆਪ ਝੁਕਿਆ ਹੋਇਆ, ਪੋਸਚਰ ਉਹਦਾ ਬਹੁਤ ਜ਼ਿਆਦਾ ਪੂਰਾ, ਡਰ ਰਿਹਾ, ਉਹ ਤੋਂ ਬਹੁਤੀ ਉੱਚੀ ਆਵਾਜ਼ ਨਹੀਂ ਚੱਕ ਹੋ ਰਹੀ, ਸਵੈਟ ਹੋ ਰਿਹਾ। ਕੌਂਟਰਡਿਕਸ਼ਨ ਆ, ਜਿਹੜੀ ਗੱਲ ਕਰ ਰਿਹਾ ਅਤੇ ਜਿਹੜੀ ਉਹਦੀ ਬਾਡੀ ਲੈਂਗੁਏਜ ਆ, ਉਹ ਚੀਜ਼ਾਂ ਮੇਲ ਨਹੀਂ ਖਾ ਰਹੀਆਂ। ਝੂਠ ਵੀ ਇੱਦਾਂ ਹੀ ਫੜੇ ਜਾਂਦੇ ਆ। ਹੋ ਸਕਦਾ ਕਿ ਤੁਹਾਡੀ ਬਾਡੀ ਲੈਂਗੁਏਜ ਮੈਚ ਨਹੀਂ ਕਰ ਰਹੀ ਜਿਹੜੀ ਚੀਜ਼ ਨੂੰ ਤੁਸੀਂ ਕਹਿ ਰਹੇ ਹੋ। ਐਗਜ਼ੈਕਟਲੀ। ਅਤੇ ਤੀਜੀ ਚੀਜ਼ ਆ ਸਬਸਟੀਟਿਊਸ਼ਨ।
ਸਬਸਟੀਟਿਊਸ਼ਨ ਮਤਲਬ ਤੁਹਾਨੂੰ ਕੁਝ ਕਹਿਣਾ ਹੀ ਨਾ ਪਵੇ, ਤੁਸੀਂ ਸਿਰਫ ਹੱਥ ਨਾਲ ਕਹਿ ਦਿਓ। ਕਈ ਵਾਰੀ ਆਪਾਂ ਬੰਦੇ ਨੂੰ ਕਹਿਣਾ ਹੁੰਦਾ ਕਿ ਉਰੇ ਆ ਜਾ, ਆਪਾਂ ਹੱਥ ਕਰ ਦਿੰਦੇ ਆ, ਆਪਾਂ ਬੋਲਦੇ ਨਹੀਂ ਗੇ। ਸਪੈਸ਼ਲੀ ਪੇਰੈਂਟਸ ਦੇ ਇਸ਼ਾਰੇ ਤਾਂ ਆਪਾਂ ਨੂੰ ਸਮਝ ਆ ਜਾਂਦੇ ਆ ਬਿਨਾਂ ਉਹਨਾਂ ਦੇ ਬੋਲਿਆਂ ਹੀ। ਅਤੇ ਚੌਥੀ ਚੀਜ਼ ਆ ਕੰਪਲੀਮੈਂਟਿੰਗ ਜੋ ਵੀ ਤੁਸੀਂ ਕਹਿ ਰਹੇ ਹੋ ਉਸ ਚੀਜ਼ ਨੂੰ ਹੋਰ ਬਿਹਤਰ ਬਣਾਉਣਾ ਬੋਡੀ ਲੈਂਗੁਏਜ ਦੇ ਜ਼ਰੀਏ। ਅਤੇ ਪੰਜਵੀਂ ਚੀਜ਼ ਆ ਐਕਸੈਂਟ। ਜੇ ਤੁਸੀਂ ਚਾਹੁੰਦੇ ਹੋ ਵੀ ਜੋ ਵੀ ਮੈਂ ਕਹਿ ਰਿਹਾ ਇਹ ਹੋਰ ਦ੍ਰਿੜਤਾ ਦੇ ਨਾਲ ਮੈਂ ਕਹਿ ਸਕਾਂ। ਫੋਰ ਐਗਜ਼ਾਮਪਲ ਪਾਰਲੀਮੈਂਟ ਦੇ ਵਿੱਚ ਉਹ ਮੇਜ਼ ਖੜਕਾਉਂਦੇ ਆ ਆਪਣੇ ਹੱਥਾਂ ਦੇ ਨਾਲ। ਸੋ ਬੋਡੀ ਲੈਂਗੁਏਜ ਦੀ ਇਹ ਬਹੁਤ ਵੱਡੀ ਇੱਕ ਚੀਜ਼ ਹੈਗੀ ਆ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਉਹਨੂੰ ਬਿਹਤਰ ਉਹ ਬਣਾ ਸਕਦਾ ਆ, ਚਾਹੇ ਉਹ ਆਈ ਕਾਂਟੈਕਟ ਦੇ ਜ਼ਰੀਏ ਹੋਵੇ, ਟੱਚ ਦੇ ਜ਼ਰੀਏ ਹੋਵੇ, ਜਾਂ ਕਈ ਲੋਕੀ ਜਾਣ ਕੇ ਤੁਹਾਡੇ ਤੋਂ ਘੱਟ ਜਾਂ ਜ਼ਿਆਦਾ ਸਪੇਸ ਮੇਨਟੇਨ ਕਰਦੇ ਆ ਤੁਹਾਨੂੰ ਦੱਸਣ ਲਈ ਵੀ ਤੁਸੀਂ ਉਹਨਾਂ ਦੇ ਮੁਤਾਬਿਕ ਤੁਹਾਡਾ ਸਟੇਟਸ ਕੀ ਆ, ਜੇ ਉਹ ਤੁਹਾਡੇ ਬਹੁਤਾ ਨੇੜੇ ਨਹੀਂ ਲੱਗਦੇ ਤੁਹਾਡੇ ਇੱਕ ਕਮਿਊਨੀਕੇਸ਼ਨ ਦੇ ਵਿੱਚ, ਹਿਊਮਨ ਕਮਿਊਨੀਕੇਸ਼ਨ ਦੇ ਵਿੱਚ ਗੱਲ ਹੋਰ ਵੀ ਆ। ਹਾਂਜੀ, ਉਹ ਹੈਗੀ ਆ ਪੌਜ਼ ਦੀ। ਜਿਹੜਾ ਪੌਜ਼ ਆ ਕਈ ਵਾਰੀ ਸੈਂਕੜੇ ਗੱਲਾਂ ਕਹਿ ਜਾਂਦਾ। ਜੇ ਤੁਸੀਂ ਜਵਾਬ ਦੇਣ ਤੋਂ ਪਹਿਲਾਂ ਪੌਜ਼ ਕਰ ਦਿੰਦੇ ਹੋ, ਜਾਂ ਗੱਲਾਂ ਕਰਦੇ ਕਰਦੇ ਵਿੱਚ ਇੱਕ ਪੌਜ਼ ਦੇ ਦਿੰਦੇ ਹੋ, ਜਾਂ ਹਰ ਡਾਇਲੋਗ ਦੇ ਵਿੱਚ ਪੌਜ਼ ਆ। ਜਿਹੜਾ ਪੌਜ਼ ਆ ਤੇ ਫਟਾਫਟ ਬੋਲਣਾ, ਇਹ ਫਟਾਫਟ ਬੋਲਦੇ ਇੱਕਦਮ ਪੌਜ਼ ਦੇ ਦੇਣਾ, ਇਹ ਬਹੁਤ ਸਾਰੀਆਂ ਗੱਲਾਂ ਕਹਿ ਸਕਦਾ। ਇਹ ਇੱਕ ਬਹੁਤ ਜ਼ਰੂਰੀ ਅੰਗ ਆ ਜਿਹਨੂੰ ਬਹੁਤ ਸਾਰੇ ਲੋਕ ਮਹਿਸੂਸ ਨਹੀਂ ਕਰਦੇ। ਈਵਨ ਪ੍ਰੋਫੈਸ਼ਨਲ ਕਮਿਊਨੀਕੇਟਰਸ ਵੀ ਕਈ ਵਾਰੀ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਵਿਚਾਰਾਂ ਦਾ ਫਲੋ ਜਿਹੜਾ ਇੰਨਾ ਫਲੱਡ ਹੋਇਆ ਹੁੰਦਾ ਕਿ ਉਹ ਪੌਜ਼ ਭੁੱਲ ਜਾਂਦੇ ਆ। ਹਾਂਜੀ, ਪਰ ਜੇ ਕਿਤੇ ਪੌਜ਼ ਆ ਜਾਏ ਸੋਨੇ ਤੇ ਸੁਹਾਗਾ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ। ਅਤੇ ਪੌਜ਼ ਦੀ ਬਹੁਤ ਹੀ ਇੱਕ ਇੰਟਰਸਟਿੰਗ ਗੱਲ ਆ। ਜਿਹੜੇ ਵੈਸਟਰਨ ਕਲਚਰਸ ਆ ਨਾ ਮਿਸਟਰ ਥਿੰਦ, ਉੱਥੇ ਪੌਜ਼ਿਸ ਲੈਣ ਤੋਂ ਜਾਂ ਪੌਜ਼ਿਸ ਦੇਣ ਤੋਂ ਕਨਵਰਸੇਸ਼ਨਸ ਵਿੱਚ ਲੋਕੀ ਡਰਦੇ ਨੇ, ਅਨਕੰਫਰਟੇਬਲ ਹੋ ਜਾਂਦੇ ਨੇ, ਔਕਵਰਡ ਹੋ ਜਾਂਦੇ ਨੇ ਜੇ ਸਾਇਲੈਂਸ ਹੀ ਆ ਜਾਵੇ ਕਨਵਰਸੇਸ਼ਨ ਦੇ ਵਿੱਚ। ਪਰ ਜਿਹੜੇ ਨਾਨ ਵੈਸਟਰਨ ਕਲਚਰਸ ਆ, ਖਾਸ ਕਰ ਮੈਂ ਜਾਪਾਨ ਦੀ ਗੱਲ ਕਰਦੀ ਹਾਂ, ਉੱਥੇ ਤਾਂ ਪੌਜ਼ ਇੱਕ ਬਹੁਤ ਵੱਡਾ ਪਹਿਲੂ ਆ ਕਨਵਰਸੇਸ਼ਨਸ ਦਾ। ਐਗਜ਼ੈਕਟਲੀ। ਆਪਣੇ ਵੈਸਟਰਨ ਕਲਚਰਸ ਦੇ ਵਿੱਚ ਜੇ ਤੁਸੀਂ ਗੱਲ ਕਰ ਰਹੇ ਹੋ ਆਪਣੇ ਬੌਸ ਦੇ ਨਾਲ ਔਰ ਐਨੀਥਿੰਗ, ਆਈ ਥਿੰਕ 4 ਸੈਕਿੰਡ ਸੀਗਾ ਟਾਈਮ। 4.2 ਸੈਕਿੰਡਸ ਤੋਂ ਬਾਅਦ ਲੋਕੀ ਬਹੁਤ ਅਨਕੰਫਰਟੇਬਲ ਹੋ ਜਾਂਦੇ ਆ। 4 ਸੈਕਿੰਡ ਤੋਂ ਬਾਅਦ ਪੌਜ਼ ਨਹੀਂ ਲੈਂਦੇ ਹੈਗੇ। ਜੇ ਤੁਸੀਂ ਛੁੱਟੀ ਲਈ ਆ, ਐਮਪਲੋਇਰ ਤੁਹਾਨੂੰ ਕੋਈ ਚੀਜ਼ ਪੁੱਛ ਰਿਹਾ ਅਤੇ ਉਹ ਸਾਇਲੈਂਟ ਹੋ ਗਿਆ, ਤੁਸੀਂ ਵੇਟ ਨਹੀਂ ਕਰੋਗੇ ਉਹਦੇ ਬੋਲਣ ਦੀ, ਤੁਸੀਂ ਆਪ ਹੋਰ ਐਕਸਪਲੇਨ ਕਰਨ ਲੱਗ ਜਾਓਗੇ ਵੀ ਹੁਣ ਸਾਇਲੈਂਸ ਆ ਗਈ ਕਨਵਰਸੇਸ਼ਨ ਦੇ ਵਿੱਚ, ਮੈਨੂੰ ਹੋਰ ਸਫਾਈ ਦੇਣ ਦੀ ਲੋੜ ਆ। ਐਜ਼ ਏ ਲਿਸਨਰ ਇਹ ਬਹੁਤ ਇੰਪੋਰਟੈਂਟ ਆ ਵੀ ਜੇ ਤੁਸੀਂ ਕਿਸੇ ਨੂੰ ਧਿਆਨ ਨਾਲ ਸੁਣ ਰਹੇ ਹੋ, ਉਹਦੇ ਪੌਜ਼ ਨੂੰ ਮਹਿਸੂਸ ਕਰੋ। ਯੈਸ। ਔਰ ਕਈ ਲੋਕ ਜਾਣ ਕੇ, ਕਿਉਂਕਿ ਜਦੋਂ ਕਈ ਵਾਰੀ ਮੈਂ ਵੀ ਲਗਾਤਾਰ ਫਲੋ ਦੇ ਵਿੱਚ ਕਾਫੀ ਇਨਫੋਰਮੇਸ਼ਨ ਦੇ ਦਿੰਦਾ, ਫਿਰ ਮੈਨੂੰ ਆਪਣੇ ਆਪ ਹੀ ਦਿਮਾਗ ਦੱਸ ਦਿੰਦਾ ਕਿ ਮੇਰੇ ਜਿਹੜੇ ਲਿਸਨਰ ਆ ਉਹ ਕਾਫੀ ਇਨਫੋਰਮੇਸ਼ਨ ਮੈਂ ਬਹੁਤ ਕੁਇਕਲੀ ਫੀਡ ਕਰਤੀ, ਉਹ ਸ਼ਾਇਦ ਅਬਜ਼ੋਰਬ ਕਰਨ ਦੇ ਵਿੱਚ, ਉਹ ਹੌਲੀ ਹੌਲੀ ਐਨਾਲਾਈਜ਼ ਕਰਨ ਦੇ ਵਿੱਚ ਦੇਰ ਲੱਗਦੀ। ਫਿਰ ਤੁਸੀਂ ਪੌਜ਼ ਦੇ ਦਿੰਦੇ ਹੋ, ਫਿਰ ਸਾਰੀ ਗੱਲ ਜਿਹੜੀ ਹੁੰਦੀ ਉਹ ਇੱਕਦਮ ਡਾਈਜੈਸਟ ਹੋ ਜਾਂਦੀ ਹੈ, ਉਹਨਾਂ ਦੀ ਫਿਰ ਰਜਿਸਟਰ ਹੋ ਜਾਂਦੀ ਹੈ। ਫਿਰ ਤੁਸੀਂ ਤੁਰ ਸਕਦੇ ਹੋ ਜੀ। ਹਲਕਾ ਜਿਹਾ ਪੌਜ਼ ਮੇਰਾ ਖਿਆਲ ਹੈ ਵੀ ਕਮਿਊਨੀਕੇਸ਼ਨ ਬੈਟਰ ਬਣਾ ਸਕਦਾ। 100%। ਅਤੇ ਇਹ ਇੱਕ ਬਹੁਤ ਵੱਡਾ ਨੈਗੋਸ਼ੀਏਸ਼ਨ ਟੈਕਟਿਕ ਵੀ ਆ ਮਿਸਟਰ ਥਿੰਦ। ਨਾ ਸਿਰਫ ਜੇ ਤੁਸੀਂ ਇੱਕ ਤਰਫਾ ਕਮਿਊਨੀਕੇਸ਼ਨ ਕਰ ਰਹੇ ਹੋ, ਜਿਵੇਂ ਆਪਾਂ ਰੇਡੀਓ 'ਤੇ ਕਰ ਰਹੇ ਹਾਂ, ਤੁਸੀਂ ਜਿਵੇਂ ਉਦਾਹਰਨ ਦਿੱਤਾ, ਪਰ ਜੇ ਤੁਸੀਂ ਦੋ ਤਰਫਾ ਕਰ ਰਹੇ ਹੋ ਕਮਿਊਨੀਕੇਸ਼ਨ, ਲਾਈਕ ਫੋਰ ਐਗਜ਼ਾਮਪਲ ਜਾਪਾਨ ਦੇ ਵਿੱਚ ਮੈਂ ਕਹਿ ਰਹੀ ਸੀ ਨਾ ਵੀ 4 ਸੈਕਿੰਡ ਇੱਥੇ ਵੈਸਟਰਨ ਕੰਟਰੀਜ਼ ਵਿੱਚ ਆਪਾਂ ਦਿੰਦੇ ਹਾਂ ਪੌਜ਼, ਉੱਥੇ ਤਾਂ ਇੱਕ ਸੈਂਟੈਂਸ ਦੇ ਵਿੱਚ, ਇੱਕ ਕਨਵਰਸੇਸ਼ਨ ਵਿੱਚ 8 ਸੈਕਿੰਡ ਦਾ ਪੌਜ਼ ਨੋਰਮਲ ਆ। ਪਰ ਉਹ ਇੱਕ ਟੈਕਟਿਕ ਵੀ ਆ। ਹੁਣ ਤੁਸੀਂ ਆਪ ਜਿਹੜੇ ਸੁਣਨ ਵਾਲੇ ਆ ਉਹ ਟਰਾਈ ਕਰਨ, ਜੇ ਤੁਸੀਂ ਕਿਸੇ ਨੂੰ ਇਹ ਚੀਜ਼ ਕਹੋਗੇ ਨਾ, ਮੈਨੂੰ ਪਤਾ ਤੂੰ ਕੀ ਕੀਤਾ, ਅਤੇ ਉਸ ਤੋਂ ਬਾਅਦ ਬਸ ਚੁੱਪ ਕਰ ਜਾਓ। See how uncomfortable the other person gets. It's just the silence, right? So ਹਾਂਜੀ, ਤੁਸੀਂ ਇਹ ਸਹੀ ਕਹਿ ਰਹੇ ਹੋ ਵੀ ਪੌਜ਼ ਦੇਣਾ ਚਾਹੀਦਾ। ਅੱਛਾ, ਕਮਿਊਨੀਕੇਸ਼ਨ ਦੇ ਵਿੱਚ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ ਸੀ ਵੀ ਜੀ, ਜਿਹੜੇ ਲੋਕਾਂ ਨੂੰ ਕਈ ਗੱਲ ਕਰਨੀ ਪੈਂਦੀ ਆ, ਉਹ ਰਹਿ ਨਹੀਂ ਸਕਦੇ ਜੇ ਤੁਸੀਂ ਕਹੋ ਤੂੰ ਬੋਲਣਾ ਨਹੀਂ ਗਾ। ਕਈ ਲੋਕ ਮੌਨ ਧਾਰ ਲੈਂਦੇ ਆ। ਚਾਰੇ ਰਜਨੀਸ਼ ਕਈ ਦਿਨ ਬੋਲਦਾ ਨਹੀਂ ਸੀ। ਮੌਨ ਧਾਰਨਾ ਤੁਹਾਡੀ ਜਿਹੜੀ ਐਨਰਜੀ ਬਹੁਤ ਸੇਵ ਹੋ ਜਾਂਦੀ ਕਹਿੰਦੇ। ਪਰ ਕਈ ਲੋਕ ਆ ਉਹ ਰਹਿ ਨਹੀਂ ਸਕਦੇ, ਉਹਨਾਂ ਨੂੰ ਕੋਈ ਗੱਲ ਕਰਨ ਲਈ ਚਾਹੀਦਾ। ਹਾਂਜੀ, ਹਰ ਮਿੰਟ ਚਾਹੀਦਾ। ਔਰ ਜੇ ਉਹ ਨਹੀਂ ਗੱਲ ਕਰਦੇ ਤਾਂ ਉਹ ਖੁਸ਼ ਨਹੀਂ ਰਹਿ ਸਕਦੇ। ਮੈਨੂੰ ਲੱਗਦਾ ਕਿ ਕਮਿਊਨੀਕੇਸ਼ਨ ਜਿਹੜੀ ਆ ਇਹ ਗੱਲਬਾਤ ਕਰਨੀ ਖੁਸ਼ੀ ਦਾ ਵੀ ਇੱਕ ਕਾਰਨ ਬਣਦੀ ਹੈ, ਜਾਂ ਨਹੀਂ ਤਾਂ ਲੋਕ ਟੈਂਸ ਹੋ ਜਾਣਗੇ, ਉਦਾਸ ਹੋ ਜਾਣਗੇ। ਨਹੀਂ, 100%। ਇਨਫੈਕਟ ਇੱਕ ਰੀਸੈਂਟਲੀ ਇੱਕ ਸਟੱਡੀ ਆਈ ਸੀਗੀ ਜਿਸ ਦੇ ਮੁਤਾਬਿਕ ਜੇ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵਾਰੀ ਵੀ ਕਨਵਰਸੇਸ਼ਨ ਕਰਦੇ ਹੋ, ਪੂਰੇ ਦਿਨ ਦੇ ਵਿੱਚ ਸਿਰਫ ਇੱਕ ਕਨਵਰਸੇਸ਼ਨ ਕਰਦੇ ਹੋ ਨਾ, ਉਹਦੇ ਨਾਲ ਵੀ ਜਿਹੜਾ ਤੁਹਾਡਾ ਓਵਰਆਲ ਖੁਸ਼ੀ ਦਾ ਸੰਤੁਲਨ ਆ ਜਾਂ ਯੂਰ ਓਵਰਆਲ ਹੈਪੀਨੈਸ,
ਉਹ ਬੂਸਟ ਹੁੰਦੀ ਆ ਤੇ ਤੁਹਾਡੀ ਸਟ੍ਰੈਸ ਆ ਜਿਹੜੀ ਉਹ ਘਟਦੀ ਆ। ਜਿਹੜੀ ਹੁਣ ਤੁਸੀਂ ਗੱਲ ਕਹੀ ਆ ਮੌਨ ਧਾਰਨ ਦੀ, ਉਹ ਥੋੜੀ ਜਿਹੀ ਸਪਿਰਿਚੁਅਲਿਟੀ ਵਿੱਚ ਆ ਜਾਂਦੀ ਆ ਚੀਜ਼, ਤੇ ਉਹਦੇ ਬਾਰੇ ਓਬਵੀਅਸਲੀ ਹਰ ਇੱਕ ਦੀ ਆਪਣੀ ਜਰਨੀ ਆ। ਪਰ ਜੇ ਉਂਝ ਤੁਸੀਂ ਹਿਊਮਨ ਐਕਸਪੀਰੀਅੰਸ ਦੀ ਗੱਲ ਕਰੋ ਤਾਂ ਕਨਵਰਸੇਸ਼ਨ ਕਰਨਾ, ਕਿਸੇ ਨਾਲ ਗੱਲਬਾਤ ਕਰਨਾ, ਇਹ ਬਹੁਤ ਜ਼ਰੂਰੀ ਆ ਆਪਣੇ ਲਈ। ਤੇ ਇਹ ਚੀਜ਼ ਨਾ ਹੁਣ ਥੋੜੀ ਜਿਹੀ ਘਟਦੀ ਜਾ ਰਹੀ ਆ, ਕਿਉਂਕਿ ਬਹੁਤ ਲੋਕੀ ਵਰਕ ਫਰਮ ਹੋਮ ਕਰਦੇ ਆ, ਉਹਨਾਂ ਨੂੰ ਮਿਲਣ ਜੁਲਣ ਦਾ ਮੌਕਾ ਨਹੀਂ ਮਿਲਦਾ ਕਿਸੇ ਨੂੰ, ਜਾਂ ਸੋਸ਼ਲ ਮੀਡੀਆ ਕਰਕੇ, ਈਮੇਲਸ ਵਗੈਰਾ ਕਰਕੇ ਉਹ ਐਕਚੁਅਲੀ ਨਹੀਂ ਵਾਰਤਾਲਾਪ ਕਰ ਪਾਉਂਦੇ ਕਿਸੇ ਨਾਲ। ਪਰ ਕਿਸੇ ਫੋਟੋ ਉੱਪਰ ਕਮੈਂਟ ਕਰ ਦੇਣਾ, ਕਿਸੇ ਚੀਜ਼ ਨੂੰ ਲਾਈਕ ਕਰ ਦੇਣਾ, ਟੈਕਸਟ ਭੇਜ ਦੇਣਾ, ਉਹ ਕਨਵਰਸੇਸ਼ਨ ਨਹੀਂ ਹੁੰਦੀ ਹੈਗੀ ਕਿਸੇ ਨਾਲ ਐਕਚੁਅਲੀ। ਚਾਹੇ ਤੁਸੀਂ ਫੋਨ ਚੱਕ ਕੇ ਐਟਲੀਸਟ ਗੱਲ ਕਰ ਲਓ। ਗੱਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਆਫਿਸ ਨਹੀਂ ਜਾਂਦੇ, ਜਿਹੜੇ ਘਰੋਂ ਕੰਮ ਕਰਦੇ ਆ। ਯਾ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਸਾਇਲੈਂਟ ਰੂਮਸ ਨੇ, ਬੈਸਟ ਦੁਨੀਆ ਦਾ ਕਿਹੜਾ ਸਾਇਲੈਂਟ ਰੂਮ ਕਿਹੜਾ? ਸੋ ਸਾਇਲੈਂਟ ਰੂਮ ਉਹ ਰੂਮ ਹੁੰਦੇ ਨੇ ਜਿੱਥੇ ਬਹੁਤ ਹੀ ਜ਼ਿਆਦਾ ਵੱਧ ਚੜ੍ਹ ਕੇ ਸਾਊਂਡ ਪ੍ਰੂਫ ਕੀਤਾ ਹੁੰਦਾ ਆ ਕਮਰੇ ਨੂੰ। ਤੇ 2 ਰੂਮ ਆ ਜਿਹੜੇ ਕਿ ਦੁਨੀਆ ਦੇ ਸਭ ਤੋਂ ਸਾਇਲੈਂਟ ਰੂਮ ਦਾ ਦਰਜਾ ਉਹਨਾਂ ਨੂੰ ਦਿੱਤਾ ਗਿਆ। ਇੱਕ ਆਈ ਬਲੀਵ ਵਾਸ਼ਿੰਗਟਨ ਦੇ ਵਿੱਚ ਮਾਈਕਰੋਸਾਫਟ ਹੈੱਡਕੁਆਰਟਰਸ 'ਤੇ ਆ, ਤੇ ਇੱਕ ਓਰਫੀਲਡ ਲੈਬੋਰੇਟਰੀਜ਼ ਮਿਨੇਸੋਟਾ ਦੇ ਵਿੱਚ ਕਮਰਾ ਆ। ਤੇ ਇੱਥੇ ਬਹੁਤ ਹੀ ਜ਼ਿਆਦਾ ਚੁਪਾਂਤ ਆ। ਜੇ ਤੁਸੀਂ ਸੋਚੋ ਜਿਹੜਾ ਉਂਝ ਜੇ ਆਪਾਂ ਕੁਆਇਟ ਬੈਡਰੂਮ ਬਾਰੇ ਸੋਚੀਏ, ਆਪਣੇ ਘਰ ਦਾ ਕੋਈ ਵੀ ਬੈਡਰੂਮ ਜੇ ਲੈ ਲਈਏ, ਬਹੁਤ ਉੱਥੇ ਸ਼ਾਂਤੀ ਆ। ਉੱਥੇ ਅਬਾਊਟ 30 ਡੈਸੀਬਲਸ ਹੁੰਦਾ ਆ ਨੋਇਜ਼। ਇਹਨਾਂ ਕਮਰਿਆਂ ਦੇ ਵਿੱਚ -9, -9.4 ਆ। ਵਾਓ, ਤੁਸੀਂ ਮੇਰੇ ਤੋਂ ਵੀ ਸੋਚ ਨਹੀਂ ਹੁੰਦਾ ਵੀ ਉਹ ਕੀ ਹੋਊਗਾ। ਪਰ ਇੱਥੇ ਜਿਹੜੇ ਲੋਕੀ ਆ ਵੱਧ ਤੋਂ ਵੱਧ 45 ਮਿੰਟ ਰਹਿ ਸਕਦੇ ਆ, ਉਹ ਵੀ ਜਿਹੜਾ ਰੈਕਰਡ ਆ 45 ਮਿੰਟ ਦਾ ਰੈਕਰਡ ਆ। ਬਟ ਅਦਰਵਾਈਜ਼ ਸਿਰਫ ਕੁਛ ਕੁ ਮਿੰਟ ਲੋਕ ਉਸ ਸਾਇਲੈਂਟ ਰੂਮ ਦੇ ਵਿੱਚ ਰਹਿ ਪਾਉਂਦੇ ਆ, ਕਿਉਂਕਿ ਉਹ ਥੋੜ੍ਹਾ ਜਿਹਾ ਕ੍ਰੇਜ਼ੀ ਕਮਲੇ ਮਹਿਸੂਸ ਕਰਨ ਲੱਗ ਜਾਂਦੇ ਆ ਆਪਣੇ ਆਪ ਨੂੰ। ਜੇ ਤੁਸੀਂ ਇੰਨੇ ਸਾਇਲੈਂਟ ਰੂਮ ਵਿੱਚ ਜਾਓ, ਤੁਹਾਨੂੰ ਆਪਣੇ ਦਿਲ ਦੀ ਧੜਕਣ ਸੁਣਨ ਲੱਗ ਜਾਂਦੀ ਆ, ਤੁਹਾਨੂੰ ਆਪਣੇ ਸਟਮਕ ਦੀ ਗਰੰਬਲਿੰਗ ਸੁਣਨ ਲੱਗ ਜਾਂਦੀ ਆ, ਤੇ ਤੁਸੀਂ ਡਰ ਜਾਂਦੇ ਹੋ ਇਹੋ ਜਿਹੇ ਕਮਰੇ ਦੇ ਵਿੱਚ ਜਾ ਕੇ। ਅਖੀਰ 'ਚ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਚਾਹੁੰਦਾ ਵੀ ਜਦੋਂ ਅਸੀਂ ਕਿਸੇ ਨਾਲ ਰੁੱਸ ਜਾਂਦੇ ਹਾਂ, ਕਿਸੇ ਨਾਲ ਗੁੱਸੇ ਹੋ ਜਾਂਦੇ ਹਾਂ, ਫਿਰ ਉਹਨੂੰ ਪਨਿਸ਼ ਕਰਨ ਲਈ ਵੀ ਅਸੀਂ ਕਈ ਵਾਰੀ ਸਾਇਲੈਂਟ ਟਰੀਟਮੈਂਟ ਦਿੰਦੇ ਹਾਂ, ਉਹਨੂੰ ਬੋਲਣਾ ਨਹੀਂ ਉਹਦੇ ਨਾਲ, ਕਨਵਰਸੇਸ਼ਨ ਬੰਦ ਕਰ ਦਿੰਦੇ ਹਾਂ। ਹਾਂਜੀ, ਕੁਛ ਨਹੀਂ ਕਹਿਣਾ ਉਹਨੂੰ। ਹਾਂਜੀ, ਉਹ ਲੜਦੇ ਵੀ ਨਹੀਂ ਤੁਸੀਂ ਉਹਦੇ ਨਾਲ। ਪਰ ਜਿਹੜਾ ਸਾਇਲੈਂਟ ਟਰੀਟਮੈਂਟ ਵੀ ਆ, ਇਹ ਵੀ ਇੱਕ ਕਿਸਮ ਦੀ ਪਨਿਸ਼ਮੈਂਟ ਆ ਕਿ ਮੈਂ ਤੇਰੇ ਨਾਲ ਹੁਣ ਕਮਿਊਨੀਕੇਸ਼ਨ ਨਹੀਂ ਕਰਨੀ। ਬਿਲਕੁਲ। ਔਰ ਜਿਹੜੇ ਵੀ ਕੈਦੀ ਆ, ਕਈ ਜਿਹੜੀ ਸੋਲਿਟਰੀ ਕਨਫਾਈਨਮੈਂਟ ਆ, ਉਹ ਇੱਕ ਪਨਿਸ਼ਮੈਂਟ ਹੀ ਆ। ਬਿਲਕੁਲ। ਉਹ ਤੁਹਾਡੇ ਨਾਲ ਗੱਲ ਕਰਨ ਨੂੰ ਕੁਛ ਨਹੀਂ ਹੁੰਦਾ, ਤੁਸੀਂ ਕੰਧਾਂ ਨਾਲ ਗੱਲਾਂ, ਮੱਖੀਆਂ ਨਾਲ ਗੱਲਾਂ ਕਰੀ ਜਾਂਦੇ ਹੋ। ਸੋ ਜਿਹੜਾ ਸਾਇਲੈਂਟ ਟਰੀਟਮੈਂਟ ਆ, ਕਿਸੇ ਨਾਲ ਕਨਵਰਸੇਸ਼ਨ ਨਾ ਕਰਨਾ, ਇਹਨੂੰ ਇੱਕ ਪਨਿਸ਼ਮੈਂਟ ਵੀ ਸਮਝਿਆ ਜਾਂਦਾ। ਹਾਂਜੀ। ਸੋ ਕਈ ਲੋਕ ਪਨਿਸ਼ਮੈਂਟ ਉਹ ਲੈਣ ਲਈ ਤਿਆਰ ਨਹੀਂ ਗੇ। ਹਾਂਜੀ। ਉਹ ਦੇ ਕੈਨ ਡੂ ਐਨੀਥਿੰਗ, ਪਰ ਉਹ ਕਹਿੰਦੇ ਹਾੜੇ ਮੈਨੂੰ ਗੱਲਾਂ ਕਰ ਮੇਰੇ ਨਾਲ, ਹਾਂਜੀ, ਚੁੱਪ ਨਾ ਰਹਿ, ਭਾਵੇਂ ਮੈਨੂੰ ਬੁਰਾ ਭਲਾ ਹੀ ਕਹੇ। ਹਾਂਜੀ। ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਜਿਹੜੀ ਕਿਸੇ ਨੂੰ ਪਨਿਸ਼ ਕਰਨ ਲਈ ਤੁਸੀਂ ਕਨਵਰਸੇਸ਼ਨ ਬੰਦ ਕਰਦੇ ਨੇ। ਬਿਲਕੁਲ। ਤੇ ਨਾ ਸਿਰਫ ਇਹ ਪਨਿਸ਼ਮੈਂਟ ਆ, ਪਰ ਇਹ ਦੋਵੇਂ ਚੀਜ਼ਾਂ, ਸਾਇਲੈਂਟ ਟਰੀਟਮੈਂਟ ਤੇ ਸੋਲਿਟਰੀ ਕਨਫਾਈਨਮੈਂਟ, ਅਬਿਊਜ਼ ਮੰਨੀ ਜਾਂਦੀ ਆ। ਜੇ ਕੋਈ ਇਨਸਾਨ ਸਾਹਮਣਿਓਂ ਤੁਹਾਡੇ ਨਾਲ ਗੱਲ ਕਰਨ ਲਈ ਯੋਗ ਹੈ, ਜੇ ਤੁਸੀਂ ਉਹਦੇ ਨਾਲ ਗੱਲ ਨਹੀਂ ਕਰ ਰਹੇ, ਜਾਣ ਕੇ ਉਸ ਦੇ ਬਿਹੇਵੀਅਰ ਨੂੰ ਮੈਨੀਪੂਲੇਟ ਕਰਨ ਲਈ, ਕਿਉਂਕਿ ਓਬਵੀਅਸਲੀ ਤੁਹਾਨੂੰ ਪਤਾ ਆ ਕਿ ਉਹਦੇ ਉੱਪਰ ਫਰਕ ਪਊਗਾ, ਤੇ ਹੋ ਸਕਦਾ ਕਿ ਆਪਣੇ ਉਹ ਤੌਰ ਤਰੀਕੇ ਬਦਲਣ ਲੱਗ ਜਾਵੇ, ਜਾਂ ਉਹਦੀਆਂ ਭਾਵਨਾਵਾਂ ਨੂੰ ਮੈਨੀਪੂਲੇਟ ਕਰਨ ਲਈ ਤੁਸੀਂ ਸਾਇਲੈਂਟ ਟਰੀਟਮੈਂਟ ਕਰ ਰਹੇ ਹੋ। ਸੋ ਇਹ ਚੀਜ਼ਾਂ ਅਬਿਊਜ਼ ਦੇ ਵਿੱਚ ਹੀ ਆ ਜਾਂਦੀਆਂ ਨੇ, ਕਿਉਂਕਿ ਸਾਇਲੈਂਟ ਟਰੀਟਮੈਂਟ ਹੋ ਗਈ, ਸੋਲਿਟਰੀ ਕਨਫਾਈਨਮੈਂਟ ਹੋ ਗਈ, ਇਹ ਚੀਜ਼ਾਂ ਐਕਚੁਅਲੀ ਬਲੱਡ ਪ੍ਰੈਸ਼ਰ ਉੱਪਰ ਪਾਉਂਦੀਆਂ ਨੇ ਅਸਰ, ਤੁਹਾਡੇ ਸਟ੍ਰੈਸ ਲੈਵਲਸ ਉੱਪਰ ਅਸਰ ਪਾਉਂਦੀਆਂ ਨੇ, ਤੁਹਾਨੂੰ ਡਿਪਰੈਸ ਕਰਦੀਆਂ ਨੇ, ਤੁਹਾਨੂੰ ਆਈਸੋਲੇਟ ਕਰਦੀਆਂ ਨੇ। ਤੇ ਇਸੇ ਲਈ ਕਾਫੀ ਨੋਰਮਲ ਮੰਨਿਆ ਜਾਂਦਾ ਆਪਣੇ ਘਰਾਂ ਦੇ ਵਿੱਚ, ਤੈਨੂੰ ਬੁਲਾਉਣਾ ਨਹੀਂ ਮੈਂ, ਬਟ ਇਟ ਇਜ਼ ਅਬਿਊਜ਼। ਗੱਲ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਸਪੇਸ ਚਾਹੀਦੀ ਹੈ, ਕਹਿ ਦਿਓ ਕਿ ਮੈਨੂੰ ਥੋੜ੍ਹਾ ਚਿਰ ਸੋਚਣ ਲਈ ਟਾਈਮ ਚਾਹੀਦਾ। ਪਰ ਕੈਨੇਡਾ ਵਿੱਚ ਵੀ ਸੋਲਿਟਰੀ ਕਨਫਾਈਨਮੈਂਟ ਇਲੀਗਲ ਆ। ਤੁਸੀਂ ਕੈਦੀਆਂ ਨੂੰ ਇੱਦਾਂ ਨਹੀਂ ਸੋਲਿਟਰੀ ਕਨਫਾਈਨ ਕਰ ਸਕਦੇ, ਈਵਨ ਦੋ ਕਈ ਜੇਲਸ ਕਰਦੀਆਂ ਨੇ ਅੰਡਰ ਦ ਰਗ। ਬਟ ਯਾ ਚੁਪਾਂਤ ਇਨਸਾਨਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਨਹੀਂ ਹੈਗੀ। ਨੈਣਾ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਧੰਨਵਾਦ ਮਿਸਟਰ ਥਿੰਦ। ਥੈਂਕ ਯੂ।